हाँ जी प्यारे बच्चों नमस्कार। अज आप 6वीं जमात की इंग्लिश की बुक का पहला लैसन द फार्म हाउस काउज दे प्रश्न उत्तर करांगे ਅਤੇ इस पाठ ਨੂੰ पढ़ांगे और पंजाबी ਦੇ ਵਿੱਚ ਤੇ ਇਸ ਦੇ ਪ੍ਰਸ਼ਨ ਉੱਤਰ ਨੇ ਜੋ ਤੁਸੀਂ ਕਾਪੀ ਦੇ ਉੱਪਰ ਚੰਗੀ ਤਰ੍ਹਾਂ ਨੋਟ ਕਰਨੇ ਨੇ ਤੇ ਇਸ ਪਾਠ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝਣਾ ਹੈ। ਪ੍ਰੀ ਰੀਡਿੰਗ ਇਸ ਦੇ ਪਾਠ ਦੇ ਵਿੱਚ ਬਾਰੇ ਅਸੀਂ ਪਹਿਲਾਂ ਥੋੜਾ ਬਹੁਤ ਕੁਝ ਜਾਣਦੇ ਹਾਂ ਤੇ ਫਿਰ ਇਸ ਨੂੰ ਬਾਅਦ ਚ ਪੜਾਂਗੇ। ਇਹ ਬਹੁਤ ਹੀ ਇੰਟਰਸਟਿੰਗ ਸਟੋਰੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਾਊਸ ਕੀ ਹੁੰਦਾ ਹੈ। ਤੁਸੀਂ ਵੀ ਇੱਕ ਘਰ ਦੇ ਵਿੱਚ ਹੀ ਰਹਿੰਦੇ ਹੋ, ਪਰ ਫਾਰਮ ਹਾਊਸ ਕੀ ਹੁੰਦਾ ਹੈ। ਪਿਆਰੇ ਬੱਚਿਓ, ਪਿੰਡਾਂ ਦੇ ਵਿੱਚ ਰਹਿੰਦੇ ਹੋਏ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਫਾਰਮ ਹਾਊਸ ਵੀ ਇੱਕ ਘਰ ਹੀ ਹੁੰਦਾ ਹੈ ਜੋ ਖੇਤੀਬਾੜੀ ਦੀ ਜ਼ਮੀਨ ਤੇ ਬਣਿਆ ਹੁੰਦਾ ਹੈ। ਫਾਰਮ ਹਾਊਸ ਵਿੱਚ ਜਾਨਵਰ ਹੁੰਦੇ ਹਨ ਜਿਵੇਂ ਕਾਓ, ਸ਼ੀਪ, ਪਿਗਜ਼, ਹਾਰਸਸ ਐਕਸਟਰਾ। ਮੈਨੂੰ ਪਤਾ ਹੈ ਕਿ ਤੁਹਾਡੇ ਅੰਦਰ ਕਹਾਣੀ ਨੂੰ ਜਾਣਨ ਦਾ ਉਤਸ਼ਾਹ ਹੈ, ਪਰ ਇਸ ਤੋਂ ਪਹਿਲਾਂ ਅਸੀਂ ਕੁਝ ਅਜਿਹੇ ਸ਼ਬਦ ਪੜ੍ਹਦੇ ਹਾਂ ਜੋ ਤੁਹਾਡੇ ਲਈ ਇਸ ਕਹਾਣੀ ਨੂੰ ਪੜ੍ਹਨ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਮਦਦ ਕਰਨਗੇ ਅਤੇ ਇਹ ਸ਼ਬਦ ਤੁਹਾਡੇ ਲਈ ਬਿਲਕੁਲ ਹੀ ਨਵੇਂ ਹਨ। ਇਹਨਾਂ ਨੂੰ ਤੁਸੀਂ ਕਾਪੀ ਦੇ ਉੱਪਰ ਨੋਟ ਕਰਨਾ ਹੈ ਅਤੇ ਇਹ ਸ਼ਬਦ ਤੁਹਾਨੂੰ ਕਹਾਣੀ ਨੂੰ ਵਧੀਆ ਸਮਝਣ ਦੇ ਵਿੱਚ ਜ਼ਰੂਰ ਮਦਦ ਕਰਨਗੇ। ਹੁਣ ਅਸੀਂ ਇੱਕ ਇੱਕ ਕਰਕੇ ਇਹਨਾਂ ਸ਼ਬਦਾਂ ਨੂੰ ਪੜ੍ਹਾਂਗੇ। Activity 1. Look up the following words in a dictionary. You should seek the following information about the words and put them in your words notebook. Appreciate ਕਿਸੇ ਦੇ ਕੀਤੇ ਹੋਏ ਕੰਮ ਦੀ ਸਰਾਹਨਾ ਕਰਨੀ। ਲੋਫ ਹੁੰਦਾ ਪਾਓ ਜਾਂ ਰੋਟੀ। ਲੰਪ ਕਿਸੇ ਖਾਣ ਵਾਲੀ ਚੀਜ਼ ਦਾ ਢੇਰ ਜਾਂ ਬੁੱਕ। ਕ੍ਰੀਏਚਰ ਹੁੰਦਾ ਜੀਵ। ਮੂਵਿੰਗ ਗਤੀਸ਼ੀਲ। ਚੀਜ਼ ਪਨੀਰ। ਡਿਲੀਸ਼ੀਅਸ ਸਵਾਦ। ਅੰਡਰਨੀਥ ਨੀਚੇ। ਤੇ ਹੁਣ ਆਪਾਂ ਇਸ ਪਾਠ ਨੂੰ ਪੜ੍ਹਦੇ ਹਾਂ। ਰਜਿੰਦਰ ਗॉट ਵੈਰੀ ਹੈਪੀ that his parents had bought a farm in a village where they were moving from a city. It was so different. There were small green lanes instead of busy streets, big trees instead of tall buildings, and a lot of animals and birds. ਰਜਿੰਦਰ ਬਹੁਤ ਖੁਸ਼ ਹੋਇਆ ਕਿ ਉਸਦੇ ਮਾਪਿਆਂ ਨੇ ਇੱਕ ਪਿੰਡ ਦੇ ਵਿੱਚ ਇੱਕ ਫਾਰਮ ਖਰੀਦਿਆ ਸੀ ਜਿੱਥੇ ਉਹ ਇੱਕ ਸ਼ਹਿਰ ਤੋਂ ਜਾ ਰਹੇ ਸਨ। ਇਹ ਬਹੁਤ ਵੱਖਰਾ ਸੀ। ਉੱਥੇ ਵਿਅਸਤ ਗਲੀਆਂ ਦੀ ਬਜਾਏ ਛੋਟੇ ਹਰੇ ਭਰੇ ਲੇਨ, ਉੱਚੀਆਂ ਇਮਾਰਤਾਂ ਦੀ ਬਜਾਏ ਵੱਡੇ ਰੁੱਖ ਅਤੇ ਬਹੁਤ ਸਾਰੇ ਜਾਨਵਰ ਅਤੇ ਪੰਛੀ ਸਨ। ਰਜਿੰਦਰ ਕਾਊਂਟਡ ਦ ਐਨੀਮਲਸ ਐਂਡ ਸੈਡ ਟੂ ਹਿਜ਼ ਮਦਰ, "There are 32 goats in the fields and 6 little kids." "Mom," said Rajinder to his mother, "and there are 9 horses at the farm, and I saw 2 rabbits this morning and about 12 ducks. I could not count them properly because they would not stay still in one place. The hens would also not stay still." ਰਜਿੰਦਰ ਨੇ ਜਾਨਵਰਾਂ ਨੂੰ ਗਿਣਿਆ ਅਤੇ ਆਪਣੀ ਮਾਂ ਨੂੰ ਕਿਹਾ, "ਖੇਤਾਂ ਵਿੱਚ 32 ਬੱਕਰੀਆਂ ਅਤੇ 6 ਛੋਟੇ ਬੱਚੇ ਹਨ ਮੰਮੀ।" ਰਜਿੰਦਰ ਨੇ ਆਪਣੀ ਮਾਂ ਨੂੰ ਕਿਹਾ, "ਅਤੇ ਫਾਰਮ ਵਿੱਚ 9 ਘੋੜੇ ਹਨ ਅਤੇ ਮੈਂ ਅੱਜ ਸਵੇਰੇ 2 ਖਰਗੋਸ਼ ਅਤੇ 12 ਬੱਤਖਾਂ ਵੇਖੇ। ਮੈਂ ਉਹਨਾਂ ਨੂੰ ਸਹੀ ਤਰ੍ਹਾਂ ਗਿਣ ਨਹੀਂ ਸਕਦਾ ਕਿਉਂਕਿ ਉਹ ਇੱਕ ਜਗ੍ਹਾ 'ਤੇ ਨਹੀਂ ਖੜ੍ਹਦੇ, ਮਤਲਬ ਉਹ ਭੱਜੇ ਫਿਰਦੇ ਰਹਿੰਦੇ ਹਨ। ਮੁਰਗੀਆਂ ਵੀ ਇੱਕ ਜਗ੍ਹਾ 'ਤੇ ਨਹੀਂ ਰੁਕਦੀਆਂ." "What about the cows?" said his mother. "Have you counted these?" "I do not like cows," said Rajinder. "They have big horns and they roar at me." "Oh no," said his mother. Lion roars. Cow only moo." "Well, it sounds like lions to me," said Rajinder. I do not like the cows at all. They are bad." "No, they are very good friends. They give us delicious gifts," said mother. She took down a jug of milk. She poured it into a mug and gave it to Rajinder. ਗਾਵਾਂ ਬਾਰੇ ਕੀ ਕਿਹਾ? ਉਸਦੀ ਮਾਂ ਨੇ ਕਿਹਾ, "ਕੀ ਤੁਸੀਂ ਉਹਨਾਂ ਦੀ ਗਿਣਤੀ ਕੀਤੀ ਹੈ?" "ਮੈਂ ਗਾਵਾਂ ਨੂੰ ਪਸੰਦ ਨਹੀਂ ਕਰਦਾ," ਰਜਿੰਦਰ ਨੇ ਕਿਹਾ। "ਉਹਨਾਂ ਦੇ ਵੱਡੇ ਸਿੰਗ ਹਨ ਅਤੇ ਉਹ ਮੇਰੇ ਉੱਤੇ ਗਰਜਦੇ ਹਨ।" "ਉਹ ਨਹੀਂ," ਉਸਦੀ ਮਾਂ ਨੇ ਕਿਹਾ, "ਸ਼ੇਰ ਗਰਜਦੇ ਹਨ, ਗਾਵਾਂ ਸਿਰਫ ਮੂੰਹ ਮਾਰਦੀਆਂ ਹਨ।" ਮੂੰਹ ਮਾਰਦੀਆਂ ਮਤਲਬ ਗਾਵਾਂ ਸਿਰਫ ਰਿੰਗਦੀਆਂ ਹਨ। "ਠੀਕ ਹੈ,
ਇਹ ਮੇਰੇ ਲਈ ਸ਼ੇਰਾਂ ਵਾਂਗ ਲੱਗਦਾ ਹੈ। ਰਜਿੰਦਰ ਨੇ ਕਿਹਾ, ਮੈਨੂੰ ਗਾਵਾਂ ਬਿਲਕੁਲ ਪਸੰਦ ਨਹੀਂ ਹਨ। ਉਹ ਮਾੜੀਆਂ ਹਨ। ਨਹੀਂ, ਉਹ ਬਹੁਤ ਚੰਗੇ ਦੋਸਤ ਹਨ। ਉਹ ਸਾਨੂੰ ਸੁਆਦੀ ਤੋਹਫੇ ਦਿੰਦੇ ਹਨ। ਮਾਂ ਨੇ ਕਿਹਾ। ਉਸਨੇ ਦੁੱਧ ਦਾ ਇੱਕ ਘੜਾ ਲਾਇਆ। ਉਸਨੇ ਇਸ ਨੂੰ ਇੱਕ ਛੋਟੇ ਭਾਂਡੇ ਦੇ ਵਿੱਚ, ਗਲਾਸ ਵਗੈਰਾ ਅਸੀਂ ਕਹਿ ਸਕਦੇ ਹਾਂ, ਉਸ ਦੇ ਵਿੱਚ ਪਾਇਆ ਅਤੇ ਰਜਿੰਦਰ ਨੂੰ ਦੇ ਦਿੱਤਾ। ਉਸਨੇ ਉਸ ਨੂੰ ਪੀਤਾ। he drank it. So did that come from the cow? He asked. Mother nodded. Well, it was simply delicious. At lunch time, mother put down a dish of sweetened apples for Rajinder. He looked around for the custard that mother usually made for him with this dish. There was none. The cow was sent you this gift instead, said mother, and she gave Rajinder a little jug full of thick cream. How lovely it was! Rajinder poured it all over his apples. They tasted much nicer than usual. So that come from the cow? Cow too, said the little boy. Well, it must be a very kind animal. Yes, it is. All these things are made of cow milk, said mother. ਉਸਨੇ ਦੁੱਧ ਪੀਤਾ ਤਾਂ ਇਹ ਗਾਂ ਤੋਂ ਆਇਆ ਸੀ? ਉਸਨੇ ਪੁੱਛਿਆ। ਮਾਂ ਨੇ ਸਿਰ ਹਿਲਾ ਕੇ ਕਿਹਾ, ਖੈਰ, ਇਹ ਸੁਆਦੀ ਸੀ। ਦੁਪਹਿਰ ਦੇ ਖਾਣੇ ਵੇਲੇ ਮਾਂ ਨੇ ਰਜਿੰਦਰ ਲਈ ਮਿੱਠੇ ਸੇਬਾਂ ਦੀ ਇੱਕ ਕਟੋਰੀ ਰੱਖ ਦਿੱਤੀ। ਉਸਨੇ ਆਸ-ਪਾਸ ਵੇਖਿਆ ਕਿ ਮਾਂ ਆਮ ਤੌਰ 'ਤੇ ਉਸ ਲਈ ਇਸ ਕਟੋਰੇ ਨਾਲ ਬਣਾਉਂਦੀ ਸੀ। ਕੋਈ ਵੀ ਨਹੀਂ ਸੀ। ਉਸਦੇ ਲਈ ਕਟੋਰੇ ਦੇ ਅੰਬਾਂ ਦੇ ਨਾਲ ਉਹ ਉਸਨੂੰ ਚੀਜ਼ ਵਗੈਰਾ ਬਟਰ ਦਿੰਦੀ ਸੀ। ਉਸਦੀ ਮਾਂ ਨੇ ਕਿਹਾ ਕਿ ਇਹ ਗਾਂ ਨੇ ਤੁਹਾਨੂੰ ਭੇਜਿਆ ਹੈ, ਇਸ ਦੀ ਬਜਾਏ ਇੱਕ ਤੋਹਫਾ। ਮਾਂ ਨੇ ਕਿਹਾ ਅਤੇ ਉਸਨੇ ਰਜਿੰਦਰ ਨੂੰ ਥੋੜ੍ਹੀ ਜਿਹੀ ਮੋਟਾ ਕਰੀਮ ਭਰ ਕੇ ਦਿੱਤਾ। ਇਹ ਕਿੰਨਾ ਪਿਆਰਾ ਸੀ। ਰਜਿੰਦਰ ਨੇ ਇਸ ਨੂੰ ਆਪਣੇ ਸੇਬਾਂ 'ਤੇ ਪਾ ਲਿਆ। ਉਹਨਾਂ ਨੇ ਆਮ ਨਾਲੋਂ ਕਿਤੇ ਚੰਗਾ ਸਵਾਦ ਚੱਖਿਆ। ਤਾਂ ਇਹ ਗਾਂ ਤੋਂ ਆਉਂਦਾ ਹੈ? ਰਜਿੰਦਰ ਨੇ ਪੁੱਛਿਆ। ਖੈਰ, ਇਹ ਬਹੁਤ ਦਿਆਲੂ ਜਾਨਵਰ ਹੋਣਾ ਚਾਹੀਦਾ ਹੈ। ਹਾਂ, ਇਹ ਹੈ। ਇਹ ਸਾਰੀਆਂ ਚੀਜ਼ਾਂ ਗਾਂ ਦੇ ਦੁੱਧ ਤੋਂ ਬਣੀਆਂ ਹਨ, ਮਾਂ ਨੇ ਜਵਾਬ ਦਿੱਤਾ। Rajinder was surprised to know that cows give so much milk that his mother could make so many things out of it. At tea time, mother served a loaf of bread on the table with home-made jam. Usually there were slices of bread and water. Look, Rajinder, the cow has sent me a present too. Mother lifted up the lid of the cheese dish, and underneath Rajinder saw a big. ਰਜਿੰਦਰ ਇਹ ਜਾਣ ਕੇ ਹੈਰਾਨ ਹੋਇਆ ਕਿ ਗਾਵਾਂ ਇੰਨਾ ਦੁੱਧ ਦਿੰਦੀਆਂ ਹਨ ਕਿ ਉਸਦੀ ਮਾਂ ਇਸ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਣਾ ਸਕਦੀ ਹੈ। ਚਾਹ ਦੇ ਸਮੇਂ ਮਾਂ ਨੇ ਘਰ ਦੇ ਨਾਲ ਮੇਜ਼ 'ਤੇ ਰੋਟੀ ਦੀ ਇੱਕ ਬ੍ਰੈਡ, ਮਤਲਬ ਇੱਥੇ ਰੋਟੀ ਪਰੋਸੀ ਦੀ ਜਗ੍ਹਾ 'ਤੇ ਅਸੀਂ ਬ੍ਰੈਡ ਪੜਾਂਗੇ, ਬ੍ਰੈਡ ਪਰੋਸਿਆ। ਉਸ ਦੇ ਉੱਪਰ ਜੈਮ ਆਮ ਤੌਰ 'ਤੇ ਲੱਗਿਆ ਹੁੰਦਾ ਸੀ। ਰੋਟੀ ਅਤੇ ਮੱਖਣ ਦੇ ਟੁਕੜੇ ਹੁੰਦੇ ਸਨ। ਵੇਖੋ ਰਜਿੰਦਰ, ਗਾਂ ਨੇ ਤੁਹਾਡੇ ਲਈ ਇੱਕ ਤੋਹਫਾ ਭੇਜਿਆ ਹੈ। ਉਸਦੀ ਮਾਂ ਨੇ ਕਿਹਾ ਕਿ ਤੁਹਾਡੀ ਲਈ ਇੱਕ ਗਾਂ ਨੇ ਤੋਹਫਾ ਭੇਜਿਆ ਹੈ। ਮਾਂ ਨੇ ਪਨੀਰ ਡਿਸ਼ ਦਾ ਢੱਕਣ ਉੱਪਰ ਚੁੱਕਿਆ ਅਤੇ ਰਜਿੰਦਰ ਦੇ ਇੱਕ ਵੱਡਾ ਚੀਜ਼ ਦਾ ਲੰਪ ਦੇਖਿਆ। ਲੰਪ ਮਤਲਬ ਬੁੱਕ। ਲੰਪ ਆਫ ਹੋਮਮੇਡ ਚੀਜ਼। ਮਦਰ ਕੱਟ ਫੋਰ herself a piece for cheese and said it was delicious. May I put some on my loaf? said Rajinder. Oh my God, said Rajinder, what a nice friendly creature the cow is. I will not hate it any more or be frightened of it. There is no reason to be, said mother. I shall go and stand on the gate that leads to the cow fields and say thank you to the cows, said Rajinder. I did not know. They were so kind. And now Rajinder is not a bit afraid of cows and he likes them very much. He says they are his friends. What do you say? ਘਰ ਵਿੱਚ ਬਣੇ ਪਨੀਰ ਦੀ ਇੱਕ ਬੁੱਕ। ਮਾਂ ਨੇ ਆਪਣੇ ਲਈ ਪਨੀਰ ਦਾ ਇੱਕ ਟੁਕੜਾ ਕੱਟਿਆ ਅਤੇ ਕਿਹਾ ਕਿ ਇਹ ਬਹੁਤ ਸਵਾਦੀ ਹੈ। ਕੀ ਮੈਂ ਆਪਣੀ ਰੋਟੀ 'ਤੇ ਕੁਝ ਪਾ ਸਕਦਾ ਹਾਂ? ਰਜਿੰਦਰ ਨੇ ਕਿਹਾ। ਹਾਏ ਮੇਰੇ ਰੱਬਾ, ਰਜਿੰਦਰ ਨੇ ਕਿਹਾ ਕਿ ਗਾਂ ਇੱਕ ਕਿੰਨਾ ਵਧੀਆ ਦੋਸਤਾਨਾ ਪ੍ਰਾਣੀ ਹੈ। ਮੈਂ ਇਸ ਦੇ ਨਾਲ ਹੋਰ ਨਫ਼ਰਤ ਨਹੀਂ ਕਰਾਂਗਾ ਅਤੇ ਇਸ ਤੋਂ ਘਬਰਾਵਾਂਗਾ ਵੀ ਨਹੀਂ।
ਇਹ ਨਫ਼ਰਤ ਕਰਨ ਦਾ ਕੋਈ ਕਾਰਨ ਹੀ ਨਹੀਂ ਹੈ। ਮਾਂ ਨੇ ਕਿਹਾ, ਮੈਂ ਜਾਵਾਂਗਾ ਅਤੇ ਗੇਟ ਦੇ ਕੋਲ ਜਾ ਕੇ ਗਾਵਾਂ ਦੇ ਖੇਤਾਂ ਵੱਲ ਜਾਵਾਂਗਾ ਅਤੇ ਗਾਵਾਂ ਨੂੰ ਧੰਨਵਾਦ ਆਖਾਂਗਾ। ਰਜਿੰਦਰ ਨੇ ਕਿਹਾ, ਮੈਨੂੰ ਨਹੀਂ ਪਤਾ ਸੀ ਕਿ ਉਹ ਇੰਨੇ ਦਿਆਲੂ ਹੁੰਦੇ ਹਨ। ਅਤੇ ਹੁਣ ਰਜਿੰਦਰ ਗਾਵਾਂ ਤੋਂ ਡਰਦਾ ਨਹੀਂ ਹੈ ਅਤੇ ਉਹਨਾਂ ਨੂੰ ਪਸੰਦ ਕਰਨ ਲੱਗ ਜਾਂਦਾ ਹੈ। ਉਹ ਕਹਿੰਦਾ ਹੈ ਕਿ ਉਹ ਬਹੁਤ ਹੀ ਚੰਗੇ ਦੋਸਤ ਹੁੰਦੇ ਹਨ। ਅਤੇ ਹੁਣ ਪਿਆਰੇ ਬੱਚਿਓ, ਤੁਸੀਂ ਜਵਾਬ ਦੇਣਾ ਹੈ ਕਿ ਤੁਸੀਂ ਗਾਵਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਉਹ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਹਨ। ਤੇ ਹੁਣ ਆਪਾਂ ਇੱਥੇ ਜਿਹੜੀ ਐਕਟੀਵਿਟੀ ਨੰਬਰ 2, ਇਹਦੇ ਵਿੱਚ ਅਸੀਂ ਉਹ ਜਾਨਵਰਾਂ ਦੀ ਆਵਾਜ਼ ਦੱਸਣੀ ਹੈ ਜਿਹੜੀ ਉਹ ਆਵਾਜ਼ ਕਰਦੇ ਨੇ। ਅਤੇ ਜਿਵੇਂ ਕਾਓ ਦੀ ਆਵਾਜ਼ ਹੁੰਦੀ ਹੈ ਉਹ ਮੂਜ਼ ਹੁੰਦੀ ਹੈ ਅਤੇ ਲਾਇਨ ਰੋਅਰ ਆ। ਤਾਂ ਅਸੀਂ ਬਾਕੀ ਜਾਨਵਰਾਂ ਦੀ ਆਵਾਜ਼ ਦੱਸਣੀ ਹੈ। ਐਕਟੀਵਿਟੀ 2, ਚੂਜ਼ ਸਾਊਂਡਸ ਆਫ ਐਨੀਮਲਸ ਫਰੋਮ ਦਾ ਗਿਵਨ ਬਾਕਸ, ਰਾਈਟ ਇਨ ਦਾ ਗਿਵਨ ਬਲੈਂਕ। 2 ਐਗਜ਼ਾਮਪਲਸ ਆਰ ਗਿਵਨ ਬਿਲੋ, ਏ ਕਾਓ ਮੂਜ਼, ਏ ਲਾਇਨ ਰੋਅਰਸ। ਤੁਸੀਂ ਹੁਣ ਵੀਡੀਓ ਨੂੰ ਪੌਜ਼ ਕਰਨਾ ਅਤੇ ਇਹਨਾਂ 8 ਆਪਸ਼ਨਾਂ ਦੇ ਅੱਗੇ ਇਹਨਾਂ ਦੀ ਆਵਾਜ਼ ਹੈ ਜਿਹੜੀ ਉੱਪਰਲੀ ਲਾਈਨ ਦੇ ਵਿੱਚੋਂ ਚੂਜ਼ ਕਰਕੇ ਲਿਖਣੀ ਹੈ। ਨਾਈ, ਕੁਐਕ, ਕਰੌਕ, ਬਰੇ, ਵਲੀਟ, ਕਾ, ਹੂਟ, ਟਾਕ। ਅਤੇ ਜਿਹੜੀਆਂ ਸਾਡੇ ਜਾਨਵਰਾਂ ਦੇ ਨਾਂ ਨੇ ਉਹ ਹੈਗੇ ਨੇ ਏ ਹਾਰਸ, ਐਨ ਆਊਲ, ਏ ਗੋਟ, ਏ ਕਰੋ, ਏ ਪੈਰਟ, ਏ ਫਰੋਗ, ਏ ਡੌਂਕੀ, ਏ ਡੱਕ। ਤੁਸੀਂ ਬੱਚੇ ਹੁਣ ਵੀਡੀਓ ਨੂੰ ਪੌਜ਼ ਕਰਨਾ ਅਤੇ ਪੌਜ਼ ਕਰਕੇ ਨਾ ਆਵਾਜ਼ਾਂ ਦੇ ਸਾਹਮਣੇ, ਜਾਨਵਰਾਂ ਦੇ ਨਾਮਾਂ ਦੇ ਸਾਹਮਣੇ ਉਹਨਾਂ ਦੀ ਆਵਾਜ਼ ਲਿਖਣੀ ਹੈ ਅਤੇ ਅਸੀਂ ਹੁਣ ਇਹਨਾਂ ਦੇ ਆਨਸਰ ਦੱਸਾਂਗੇ। ਏ ਹਾਰਸ ਨਾਈਸ, ਐਨ ਆਵਲ ਹੂਟਸ, ਏ ਗੋਟ ਬਲੀਟਸ, ਏ ਕਰੋ ਕਾਉਜ਼, ਏ ਪੈਰਟ ਟਾਕਸ, ਏ ਫਰੋਗ ਕਰੌਕਸ, ਏ ਡੌਂਕੀ ਬਰੇਜ਼, ਏ ਡੱਕ ਕੁਐਕਸ। ਇਹਨਾਂ ਨੂੰ ਤੁਸੀਂ ਇੱਕ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰਨਾ ਅਤੇ ਇਹ ਆਵਾਜ਼ਾਂ ਯਾਦ ਕਰਨੀਆਂ ਨੇ। ਐਕਟੀਵਿਟੀ 3, ਫਿਲ ਇਨ ਦਾ ਬਲੈਂਕਸ, ਸਿਲੈਕਟ ਸੂਟੇਬਲ ਵਰਡਸ ਫਰੋਮ ਦਾ ਸਟੋਰੀ। ਨੰਬਰ 1, ਰਜਿੰਦਰ ਵਾਜ਼ ਡੈਸ਼ ਬਿਕੋਜ਼ ਹਿਜ ਪੇਰੈਂਟਸ ਹੈਡ ਮੂਵਡ ਟੂ ਦਾ ਵਿਲੇਜ। ਰਜਿੰਦਰ ਕੀ ਸੀ? ਕਿਉਂਕਿ ਉਸਦੇ ਜਿਹੜੇ ਮਾਤਾ ਪਿਤਾ ਨੇ ਉਹ ਪਿੰਡ ਆ ਗਏ ਸੀ। ਤਾਂ ਉਹ ਮੂਵ ਮਤਲਬ ਜਗ੍ਹਾ ਬਦਲ ਕੇ ਪਿੰਡ ਆ ਗਏ ਸੀ। ਤਾਂ ਉਹ ਕਿਹੜੀ ਗੱਲ ਤੋਂ, ਇਸ ਗੱਲ ਤੋਂ ਕੀ ਸੀ, ਖੁਸ਼ ਸੀ, ਦੁਖੀ ਸੀ? ਤਾਂ ਇਹਦਾ ਜਵਾਬ ਤੁਸੀਂ ਦੇਣਾ ਹੈ। ਨੰਬਰ 2, ਕਾਉਜ਼ ਮੂਵ ਐਂਡ ਲਾਇਨਸ ਡੈਸ਼। ਕਾਵਾਂ ਰਿੰਗਣ ਦੀ ਆਵਾਜ਼ ਕਰਦੀਆਂ ਹਨ ਅਤੇ ਸ਼ੇਰ ਡੈਸ਼ ਕਰਦਾ ਹੈ। ਨੰਬਰ 3, ਕਾਉਜ਼ ਸੈਂਡ ਅਸ ਏ ਲੋਟ ਆਫ। ਗਾਵਾਂ ਸਾਨੂੰ ਕੀ ਭੇਜਦੀਆਂ ਹਨ? ਨੰਬਰ 4, ਰਜਿੰਦਰ ਪਾਵਰਜ਼ ਐਂਡ ਡੈਸ਼ ਔਨ ਹਿਜ ਐਪਲਸ। ਰਜਿੰਦਰ ਨੇ ਆਪਣੇ ਅੰਬਾਂ ਦੇ ਉੱਪਰ ਕਿਹੜੀ ਚੀਜ਼ ਲਗਾਈ? ਨੰਬਰ 5, ਮਦਰ ਈਟਸ ਏ ਪੀਸ ਆਫ ਡੈਸ਼ ਐਟ ਟੀ ਟਾਈਮ। ਮਦਰ ਚਾਹ ਦੇ ਸਮੇਂ ਕਿਸ ਚੀਜ਼ ਦੇ ਟੁਕੜੇ ਖਾ ਰਹੀ ਸੀ? ਅਤੇ ਹੁਣ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਇਸ ਦੇ ਜਵਾਬ ਦੇਣੇ ਨੇ ਅਤੇ ਕਾਪੀ ਦੇ ਉੱਪਰ, ਅਤੇ ਇਹ ਤੋਂ ਬਾਅਦ ਅਸੀਂ ਇਹਨਾਂ ਦੇ ਆਨਸਰ ਦੱਸਾਂਗੇ। ਉਮੀਦ ਹੈ ਬੱਚਿਓ ਤੁਸੀਂ ਵੀਡੀਓ ਨੂੰ ਰੋਕਿਆ ਹੋਵੇਗਾ ਅਤੇ ਇਸ ਦੇ ਜਵਾਬ ਦਿੱਤੇ ਹੋਣਗੇ। ਅਤੇ ਹੁਣ ਆਪਾਂ ਇਹਨਾਂ ਦੇ ਆਨਸਰ ਕਰਦੇ ਹਾਂ। ਰਜਿੰਦਰ ਵਾਜ਼ ਹੈਪੀ ਬਿਕੋਜ਼ ਹਿਜ ਪੇਰੈਂਟਸ ਹੈਡ ਮੂਵਡ ਟੂ ਦਾ ਵਿਲੇਜ। ਕਾਉਜ਼ ਮੋ ਐਂਡ ਲਾਇਨਸ ਰੋਅਰ। ਕਾਉਜ਼ ਸੈਂਡ ਅਸ ਏ ਲੋਟ ਆਫ ਗਿਫਟਸ। ਰਜਿੰਦਰ ਪੌਰਸ ਕਰੀਮ, ਜੇ ਤੇ ਥਿਕ ਕਰੀਮ ਵੀ ਇੱਥੇ ਲਿਖ ਸਕਦੇ ਹਾਂ, ਔਨ ਹਿਜ ਐਪਲਸ। ਮਦਰਸ ਈਟਸ ਏ ਪੀਸ ਆਫ ਬਰੈਡ, ਜਾਂ ਅਸੀਂ ਬਰੈਡ ਵਿਦ ਹੋਮ ਮੇਡ ਜੈਮ, ਇਹ ਪੂਰਾ ਵੀ ਲਿਖ ਸਕਦੇ ਹਾਂ, ਇਹ ਤੁਹਾਡੀ ਚੋਇਸ ਹੈ। ਐਟ ਟੀ ਟਾਈਮ। ਐਕਟੀਵਿਟੀ 4, ਰੀਡ ਈਚ ਸੈਂਟੈਂਸ, if it is correct write yes or if it is not correct then write no in the given space. Number 1, ਰਜਿੰਦਰ's family moved from country to town। ਤੁਸੀਂ ਇਹਦੇ ਵਿੱਚ ਯੈਸ ਔਰ ਨੋ ਦੇਣਾ ਹੈ। ਜੇਕਰ ਤੁਹਾਨੂੰ ਲੱਗਦਾ ਬੱਚਿਓ ਕਿ ਇਹ ਜਿਹੜੀ ਗੱਲ ਹੈ ਸਾਡੇ ਕੋਲ ਸੈਂਟੈਂਸ ਲਿਖਿਆ ਹੈ ਉਹ ਬਿਲਕੁਲ ਸਹੀ ਹੈ ਤਾਂ ਤੁਸੀਂ ਯੈਸ ਲਿਖਣਾ ਹੈ, ਅਤੇ ਜੇਕਰ ਉਹ ਗਲਤ ਹੈ ਤਾਂ ਉੱਥੇ ਨੋ ਲਿਖਣਾ ਹੈ। ਤਾਂ ਪਹਿਲਾ ਸੈਂਟੈਂਸ ਹੈ ਜਿਹੜਾ, ਰਜਿੰਦਰ ਦੇ ਮਾਤਾ ਪਿਤਾ ਨੇ ਉਹ ਦੇਸ਼ ਤੋਂ ਸ਼ਹਿਰ ਦੇ ਵਿੱਚ ਆਏ ਸੀ, ਕਸਬੇ ਦੇ ਵਿੱਚ ਆਏ ਸੀ। ਅਤੇ ਨੰਬਰ 2, ਕਾਉਜ਼ ਮੂਵਸ, ਕਾਓ ਜਿਹੜੀ ਰਿੰਗਣ ਦੀ ਆਵਾਜ਼ ਕਰਦੀਆਂ ਨੇ। ਨੰਬਰ 3, ਇਹ ਕਾਓ ਗਿਵ ਅਸ ਏ ਲੋਟ ਆਫ ਪ੍ਰੈਜੈਂਟਸ। ਗਾਵਾਂ ਸਾਨੂੰ ਬਹੁਤ ਸਾਰੇ ਤੋਹਫੇ ਦਿੰਦੀਆਂ ਨੇ। ਨੰਬਰ 4, ਰਜਿੰਦਰ ਐਪਰੀਸ਼ੀਏਟਸ ਦਾ ਕਾਉਜ਼ ਇਨ ਦਾ ਐਂਡ।
ਪਾਠ ਦੇ ਅੰਤ ਦੇ ਵਿੱਚ ਰਜਿੰਦਰ ਨੇ ਗਾਵਾਂ ਦੀ ਤਾਰੀਫ ਕੀਤੀ। ਨੰਬਰ 4 ਨੰਬਰ 5 ਰਜਿੰਦਰਜ਼ ਮਦਰ ਸੇਜ਼ ਦੈਟ ਚੀਜ਼ ਇਜ਼ ਏ ਡਿਲੀਸ਼ੀਅਸ ਥਿੰਗ। ਰਜਿੰਦਰ ਦੀ ਮਾਤਾ ਜੀ ਨੇ ਕਿਹਾ ਕਿ ਜਿਹੜਾ ਚੀਜ਼ ਹੈ ਉਹ ਬਹੁਤ ਹੀ ਸਵਾਦਿਸ਼ਟ ਚੀਜ਼ ਹੈ। ਤੇ ਹੁਣ ਆਪਾਂ ਇਹਨਾਂ ਦੇ ਆਨਸਰ ਕਰਾਂਗੇ। ਰਜਿੰਦਰਜ਼ ਫੈਮਿਲੀ ਮੂਵਡ ਫਰੋਮ ਕੰਟਰੀ ਟੂ ਟਾਊਨ, ਇਹ ਨੋ ਹੈ ਕਿਉਂਕਿ ਉਹਦੀ ਜਿਹੜੀ ਫੈਮਿਲੀ ਸੀ ਉਹ ਸਿਟੀ ਟੂ ਵਿਲੇਜ ਆਈ ਸੀ। ਸੈਕੰਡ, ਏ ਕਾਓ ਮੂਵਜ਼, ਯੈਸ। ਥਰਡ, ਏ ਕਾਓ ਗਿਵਜ਼ ਅਸ ਲੋਟ ਆਫ ਪ੍ਰੈਜ਼ੈਂਟਸ, ਯੈਸ। ਰਜਿੰਦਰ ਐਪਰੀਸ਼ੀਏਟ ਦ ਕਾਊਜ਼ ਇਨ ਦ ਐਂਡ, ਯੈਸ। ਰਜਿੰਦਰ's mother says that cheese is a delicious thing, yes। Activity 5, read the story and answer the following questions। ਨੰਬਰ 1, what is the name of the boy in the story? ਕਹਾਣੀ ਦੇ ਵਿੱਚ ਲੜਕੇ ਦਾ ਕੀ ਨਾਮ ਹੈ। ਸੈਕੰਡ, where did the boy and his family come from? ਲੜਕਾ ਅਤੇ ਉਸਦਾ ਪਰਿਵਾਰ ਕਿੱਥੋਂ ਆਏ ਸੀ। ਥਰਡ, where does the milk come from? ਜਿਹੜਾ ਦੁੱਧ ਹੈ ਉਹ ਕਿੱਥੋਂ ਆਉਂਦਾ ਹੈ। ਫੋਰਥ, ਬਟ ਪ੍ਰੈਜ਼ੈਂਟ ਡਜ਼ ਦਾ ਮਦਰ ਗੈਟ ਫਰੋਮ ਦਾ ਕਾਓ? ਜਿਹੜਾ ਕਿਹੜਾ ਤੋਹਫਾ ਜਿਹੜੀ ਮਾਤਾ ਹੈ ਉਹ ਗਾਵਾਂ ਤੋਂ ਪ੍ਰਾਪਤ ਕਰਦੀ ਹੈ। ਨੰਬਰ 5, ਵਟ ਡਜ਼ ਦਾ ਬੋਏ ਸੇ ਅਬਾਊਟ ਦਾ ਕਾਓ ਐਟ ਦਾ ਐਂਡ ਆਫ ਦਾ ਸਟੋਰੀ? ਜਿਹੜਾ ਲੜਕਾ ਹੈ ਉਹ ਕਹਾਣੀ ਦੇ ਅੰਤ ਦੇ ਉੱਤੇ ਗਾਵਾਂ ਦੇ ਬਾਰੇ ਕੀ ਕਹਿੰਦਾ ਹੈ। ਇਹਦੇ ਆਨਸਰ ਕਰਾਂਗੇ ਹੁਣ ਆਪਾਂ। ਨੇਮ ਆਫ ਦਾ ਬੋਆਏ ਇਨ ਦਾ ਸਟੋਰੀ ਇਜ਼ ਰਜਿੰਦਰ। ਸੈਕਿੰਡ, ਵੇਅਰ ਡਿਡ ਦਾ ਬੋਆਏ ਐਂਡ ਹਿਜ਼ ਫੈਮਿਲੀ ਕਮ ਫਰੋਮ? ਦਾ ਬੋਆਏ ਐਂਡ ਹਿਜ਼ ਫੈਮਿਲੀ ਕਮ ਫਰੋਮ ਏ ਸਿਟੀ। ਥਰਡ, ਵੇਅਰ ਡਜ਼ ਦਾ ਮਿਲਕ ਕਮ ਫਰੋਮ? ਦਾ ਮਿਲਕ ਕਮ ਫਰੋਮ ਦਾ ਕਾਓ। ਫੋਰਥ, ਬਟ ਪ੍ਰੈਜ਼ੈਂਟ ਡਜ਼ ਦਾ ਮਦਰ ਗੈਟ ਫਰੋਮ ਦਾ ਕਾਓ? ਮਦਰ ਗੈਟਸ ਚੀਜ਼ ਐਜ਼ ਏ ਪ੍ਰੈਜ਼ੈਂਟ ਫਰੋਮ ਦਾ ਕਾਓ। ਵਾਈ ਡਜ਼ ਦਾ ਬੋਆਏ ਸੇ What does the boy say about the cow at the end of the story? The boy says that the cow is a very nice friendly creature। ਜਿਹੜਾ ਗਾਂ ਹੈ ਉਹ ਬਹੁਤ ਹੀ ਪਿਆਰਾ ਅਤੇ ਦੋਸਤਾਨਾ ਜੀਵ ਹੈ। ਧੰਨਵਾਦ।